सत श्री अकाल दोस्तों, मैं जीत हरजीत हाजिर हाँ। कलाबाजियां वेख रहे हो तुसी। इंसान दे केंद्र दे विच अमीर होना है, वो अमीर क्यों नहीं हो रहा? की ब्योंतबंदी उन्होंने करनी चाहिए है जिहदे करके वो अमीरी हासिल कर सकता है? की जीवन दे विच गलतियां कर रहा है जिहदे करके उन्होंने अमीरी हासिल नहीं हो रही? तजर्बेकार कारोबारी विनोद मघान जी की पिछले दिनों च आपां 2 एपीसोड रिकॉर्ड किए जिहड़े तुसीं बहुत पसंद किए गए। 5 ਲੱਖ ਤੋਂ ਲੈ ਕੇ 200 ਕਰੋੜ ਤੱਕ ਦੀ ਐਮਪਾਇਰ ਖੜੀ ਕਰਨ ਦੇ ਵਿੱਚ ਕਿਹੜੀਆਂ ਚੀਜ਼ਾਂ ਕਾਰਗਰ ਸਾਬਤ ਹੋਈਆਂ ਤੇ ਇਹ ਦੱਸਣਾ ਚਾਹੁੰਦੇ ਨੇ ਕਿ ਇਨਸਾਨ ਫਰਸਟਡ ਹੈ, ਫਰਸਟ੍ਰੇਸ਼ਨ ਆ ਉਹਦੇ ਮਨ ਦੇ ਵਿੱਚ, ਪਰ ਉਹ ਜਿਹੜਾ ਆਪਣਾ ਕੇਂਦਰ ਦੇ ਵਿੱਚ ਅਮੀਰੀ ਪਿਆ ਉਹਨੂੰ ਹਾਸਲ ਨਹੀਂ ਕਰ ਰਿਹਾ। ਕਿਉਂ ਨਹੀਂ ਕਰ ਰਿਹਾ? ਕੀ ਗਲਤੀਆਂ ਕਰ ਰਿਹਾ? ਇਹ ਸਾਰੀਆਂ ਗੱਲਾਂ ਬਾਤਾਂ ਇਸ ਮੁਲਾਕਾਤ ਦਾ ਹਿੱਸਾ ਹੋਣਗੀਆਂ। आओ पहला स्वागत कर लेने विनोद मघान जी का। मघान साहब सत श्री अकाल जी। आए सेहत ठीक ठाक ने? मघान साहब, हर इंसान अमीर होना लोचदा है, वो चाहता है कि वो अमीरी हासिल करे। अमीरी हासिल नहीं हो रही, इस कारण करके वो सरकारां नूं भी कटहरे च खड़ा करता है, समाज के अमीर बंदियां नूं भी गालां कढदा है। फिर साडे केंद्र दे विच अंबानी अडानी भी आ जांदे ने जिन्हां नूं असीं रज के निंदते हैं जां उन्हां दे उपर उंगल खड़ी करते हैं कि सानू लुट लिया गया। ये सारे वरतारे नूं किवें देखदे हो? देखो हरजीत जी, मैं तो एक गल समझ जी मेरे समझ आई है। काफ़ी विद्वानों का मैं अजकल यूट्यूब से सुनता रहना, तो उतों भी तो मेरे अपने एक्सपीरियंस तो मैं आ समझ आया जोड़ा मैं थोड़े नाल साझा करदा। पहली गल तो मैनूं ये समझ आई कि जदों बच्चा पैदा हुंदा है तो बाहर आंदे ही संसार के विच आंदे ही रोंदा है। क्यों रोंदा है? क्योंकि उहदे कोलों विछड़ गया, कुछ चीज़ विछड़ गई, उन्होंने नज़र नहीं आ रही। जो अखा खोलता तो उन्होंने नज़र लगती है। तुम कदे देखते होंगे कि उन्होंने कोई चीज़ आ गई, कदे पालन आ गया, कदे कुछ आ गया, उन्होंने पकड़ने की कोशिश करता है, वो कला महसूस करता है, उन्होंने चाहिए कुछ। जो जो अखा खोलिया जो जो फिर वो खड़ा होने की कोशिश करता है, फिर वो हर एक चीज़ मंगता है माँ बाप तो, होर तो। जो होर बड़ा हो जाता है तो फिर वो बाहर जाने चाहता है, सारी दुनिया को देखता है ऐसा ऐसा, तो उन्होंने माया घेर लेंदी है। माया इस करके घेर लेंदी है, वो कहना जी ਉਹਦੇ ਕੋਲ ਉਹਦੀ ਕਮੀਜ਼ ਵੱਡੀ ਹੈ, ਮੇਰੀ ਕਮੀਜ਼ ਘਟੀ ਹੈ। ਇਹ ਬਚਪਨ 'ਚ ਹੀ ਆ ਜਾਂਦੀ ਹੈ। ਉਹਦੇ ਕੋਲ ਗੁੱਡੀ ਡੰਡਾ ਵਧੀਆ, ਮੇਰੇ ਕੋਲ ਗੁੱਡੀ ਡੰਡਾ ਘਟੀ ਹੈ। ਉਹ ਫਿਰ ਦੋ ਗੱਲਾਂ ਕਰਦਾ ਹੈ, ਜਾਂ ਤਾਂ ਮਾਂ ਬਾਪ ਦੇ ਕੋਲ ਜਾ ਕੇ ਰੋਂਦਾ ਹੈ, शिकायत करता है, गिला करता है, या फिर अपने आप में तरक्की। मैं एक एग्जाम्पल देना, संस्कार माँ बाप के की होंगे। 1960 ਦੇ ਵਿੱਚ ਇੱਥੇ ਬਾੜ ਆ ਗਈ ਸੀ ਸੰਗਰੂਰ 'ਚ, ਤੇ ਮੇਰੇ ਉੱਥੇ ਬਾੜ 'ਚ ਕਾਫੀ ਬੰਦੇ ਘਰਾਂ ਦੇ ਵਿੱਚ ਪਾਣੀ ਭਰ ਗਿਆ ਤੇ ਸਟੇਸ਼ਨ ਦੀ ਪਟੜੀ ਤੇ ਜਾ ਕੇ ਬੈਠ ਗਏ। ਠੀਕ ਹੈ ਜੀ। ਉੱਚੀ ਜਗ੍ਹਾ ਸੀਗੀ, ਸੰਗਰੂਰ ਦੀ ਗੱਲ ਹੈ? ਹਾਂ, ਸੰਗਰੂਰ ਦੀ ਗੱਲ ਹੈ, 60 ਦੀ ਗੱਲ ਹੈ। ਠੀਕ ਹੈ ਜੀ। ਤੇ ਮੇਰੇ ਪਿਤਾ ਜੀ ਨੇ ਸਾਨੂੰ ਬੱਚਿਆਂ ਨੂੰ ਕਿਹਾ ਸੀ, 5 ਭਰਾ ਸੀਗੇ, 5 ਭੈਣ ਭਰਾ ਸੀਗੇ, 4 ਭੈਣਾਂ ਮੈਂ ਇਕੱਲਾ, 5 ਸੀਗੇ ਅਸੀਂ। ਠੀਕ ਹੈ। ਸਾਨੂੰ ਕਿਹਾ ਕਿ ਤੁਸੀਂ ਆਪਣੀ ਕਾਪੀ ਕਿਤਾਬਾਂ ਜਾਂ ਅਖਬਾਰ ਜਾਂ ਕੋਈ ਵੀ ਇਕੱਠੇ ਕਰੋ, ਉਹਦੇ ਲਿਫਾਫੇ ਬਣਾਓ, ਬਾਜ਼ਾਰ 'ਚ ਜਾ ਕੇ ਵੇਚੋ, ਉਹ ਪੈਸੇ ਇਕੱਠੇ ਕਰਕੇ ਉਹਦੇ ਰੋਟੀਆਂ ਉਹਨਾਂ ਨੂੰ ਬਣ ਕੇ ਆਓ ਜਿਹੜੇ ਬੱਚੇ ਭੁੱਖੇ ਹੈ। ਕੀ ਬਾਤ ਹੈ। ਇਹ ਇੱਕ ਵਿੱਚ ਦੀ ਐਪੀਸੋਡ ਮੈਂ ਦੱਸ ਰਿਹਾ ਕਿ ਸਾਡੇ ਸੰਸਕਾਰ ਕਹੇ ਸੀ। ਜਿਹੜਾ ਹੁਣ ਇਹ ਪਰਵਰਿਸ਼ ਦੀ ਗੱਲ ਹੈ, ਜੇ ਕਿਸੇ ਦਾ ਇੱਛਾ ਹੈ ਮੈਂ ਗਰੀਬ ਨਾ ਰਹਾਂ, ਅਮੀਰ ਰਹਿਣਾ ਤਾਂ ਸਾਰਿਆਂ ਦਾ ਬਰਥ ਰਾਈਟ ਹੈ। ਅਮੀਰ ਹੋਣਾ ਆਪਣੇ ਕਰਮਾਂ ਤੋਂ ਹੋਣਾ ਹੈ, ਉਹਦੇ ਬੜਪਣ ਹੈ। ਰੋ ਕੇ ਅਮੀਰ ਹੋਣਾ ਕੋਈ ਬੜਪਣ ਨਹੀਂ ਹੈ, ਖੋ ਕੇ ਅਮੀਰ ਹੋਣਾ ਕੋਈ ਬੜਪਣ ਨਹੀਂ ਹੈ। ਅਮੀਰ ਹੋਣਾ ਤਾਂ ਕੀ ਤਰੀਕੇ ਹੋ ਸਕਦੇ ਹੈ? ਪਹਿਲੀ ਗੱਲ ਤਾਂ ਕੀ ਹੈ ਕਿ ਅਸੀਂ ਕਿੰਨਾ ਅਮੀਰ ਹੋਣਾ ਚਾਹੁੰਦੇ ਹਾਂ, ਉਹਦਾ ਟਾਰਗੇਟ ਫਿਕਸ ਕਰੀਏ। ਅਸੀਂ ਕਿਹਦੇ ਬਰਾਬਰ ਹੋਣਾ ਚਾਹੀਦਾ, ਉਸ ਤੋਂ ਇੰਸਪਾਇਰ ਕਰੀਏ, ਉਹਦਾ ਜੀਵਨੀ ਪੜ੍ਹੀਏ, ਉਹਦਾ ਸਮਝੀਏ ਕਿ ਕਿਵੇਂ ਉਹ ਅਮੀਰ ਹੋਇਆ। ਕਿਆ ਉਹਨੂੰ ਮਾਂ ਬਾਪ ਤੋਂ, ਅੱਗੇ ਮਾਂ ਬਾਪ ਤੋਂ, ਪੁਰਖਿਆਂ ਤੋਂ ਮਿਲਿਆ, ਜਾਂ ਉਹਨੇ ਆਪ ਕਮਾਇਆ? ਐਸੇ ਸੈਂਕੜੋਂ ਐਗਜ਼ਾਮਪਲ ਮਿਲ ਜਾਣਗੇ ਜਿਨ੍ਹਾਂ ਨੇ ਬਿਲਕੁਲ ਜੀ। ਬਿਰਲਾ ਜੀ ਦਾ ਐਗਜ਼ਾਮਪਲ ਮਿਲ ਜਾਏਗਾ, ਪੁਰਾਣੀ ਤੋਂ ਚੱਲ ਕੇ ਉਹ ਸਾਰੇ ਹਿੰਦੁਸਤਾਨ। टाटा का एग्जाम्पल मिल जाएगा, मोदी का मिल जाएगा, अंबानी का मिल जाएगा,
ਮੋਦੀ ਸਾਹਿਬ ਆਪਣੇ ਪ੍ਰਾਈਮ ਮਿਨਿਸਟਰ ਹੈ। ਮਗਨ ਸਾਹਿਬ ਜਿਹੜੇ ਤੁਸੀਂ ਨਾਂ ਲਏ ਨੇ, ਲੋਕਾਂ ਦੇ ਮਨਾਂ 'ਚ ਤਾਂ ਇਹਨਾਂ ਸਾਰੇ ਨਾਵਾਂ ਲਈ ਬਹੁਤ ਵੱਡੀ ਇੱਕ ਅੱਗ ਹੈ। ਉਹ ਗਾਲਾਂ ਕੱਢਦੇ ਨੇ, ਟਾਟਾ, ਬਿਰਲਾ, ਅੰਬਾਨੀ, ਅਡਾਨੀ, ਕਹਿੰਦੇ ਸਾਨੂੰ ਲੁੱਟ ਕੇ ਖਾ ਗਏ। ਦੇਖੋ ਹਰਜੀਤ ਜੀ, ਇੱਕ ਚੀਜ਼ ਸਮਝਣ ਦੀ ਗੱਲ ਹੈ ਕਿ ਜਿਹੜੇ ਖੱਟੇ ਹੁੰਦੇ ਨਾ ਅੰਗੂਰ, ਉਹ ਤਾਂ ਹੀ ਹੁੰਦੇ ਆ ਕਿ ਉਹ ਉੱਚੇ ਹੁੰਦੇ ਆ। ਹੱਥ ਨਾ ਪਹੁੰਚੇ ਥੂ ਕੌੜੀ। ਹਾਂ, ਇਹ ਪੰਜਾਬੀ ਦੀ ਕਹਾਵਤ ਹੈ, ਤੁਸੀਂ ਕਹੀ ਚੰਗੀ ਕਹੀ ਹੈ। ਇਹੀ ਗੱਲ ਹੁੰਦੀ ਹੈ ਕਿ ਜਦੋਂ ਸਾਡੇ ਕੋਲ ਕੋਈ ਟੀਚਾ ਪੂਰਾ ਨਹੀਂ ਹੁੰਦਾ, ਕੋਈ ਚੀਜ਼ ਅਸੀਂ ਮੰਗਦੇ ਹਾਂ, ਅਸੀਂ ਚਾਹੁੰਦੇ ਹਾਂ, ਸਾਡਾ ਪੂਰਾ ਨਹੀਂ ਹੋਇਆ। ਇਹਦੇ ਪਿੱਛੇ ਮੈਂ ਤੁਹਾਨੂੰ ਥੋੜ੍ਹਾ ਜਿਹਾ ਆਪਣਾ ਐਕਸਪੀਰੀਅੰਸ ਦੇ ਰਾਹੀਂ ਥੋੜ੍ਹੀ ਜਿਹੀ ਗੱਲ ਸਮਝਾਉਣਾ ਚਾਹੁੰਦਾ, ਛੋਟੀ ਸਟੈਪ ਬਾਈ ਸਟੈਪ। ਜੀ ਜੀ। ਪਹਿਲੀ ਗੱਲ ਤਾਂ ਹੈ ਮਾਈਕਰੋ ਇਕੋਨੋਮੀ। ਮਾਈਕਰੋ ਇਕੋਨਮੀ, ਠੀਕ ਹੈ ਜੀ। ਆਪਾਂ ਆਪਣੇ ਘਰ ਦੇ ਵਿੱਚੋਂ ਸ਼ੁਰੂ ਕਰੀਏ ਮਾਈਕਰੋ ਇਕੋਨੋਮੀ। ਮਾਈਕਰੋ ਇਕੋਨੋਮੀ ਕਰਨ ਵਾਸਤੇ ਸਾਨੂੰ ਆਪਣੇ ਪਰਿਵਾਰ ਨੂੰ ਇੱਕ ਸੰਸਥਾ ਦੀ ਤਰ੍ਹਾਂ ਤੋਲਣਾ ਪਏਗਾ। ਮੰਨ ਲਓ ਐਗਜ਼ਾਮਪਲ ਦੇ ਤੌਰ 'ਤੇ ਇੱਕ ਇਨਸਾਨ ਹੈ, ਆਦਮੀ ਹੈ, ਉਹਦੀ ਘਰਵਾਲੀ ਹੈ, ਉਹਦੇ 3 ਬੱਚੇ, 5 ਬੰਦੇ ਦਾ ਪਰਿਵਾਰ ਹੈ, ਅਤੇ 5 ਬੰਦੇ ਇੱਕ ਪਿਰਾਮਿਡਿਕਲ ਸਟਰਕਚਰ ਦੇ ਵਿੱਚ ਪਿਤਾ ਜੀ ਦੇ ਅੰਡਰ ਕੰਮ ਇੱਕ ਕਰਤਾ ਬਣ ਜਾਏ। ਵੱਡਾ ਭਾਈ ਹੈ, ਕੋਈ ਹੈ ਬੜਾ ਹੋਏ ਜਿਹਨੂੰ ਉਹ ਮੰਨ ਲੈਣ ਕਿ ਅਸੀਂ ਤਾਂ ਇਹਦਾ ਕਿਹਾ ਮੰਨਣਾ। ਬੌਸ, ਇੱਕ ਬੌਸ ਹੋ ਗਿਆ। ਇੱਕ ਬੌਸ ਹੋਣਾ, ਸਾਰੇ ਬੌਸ ਹੋਣਗੇ ਤਾਂ ਕੰਮ ਨਹੀਂ ਹੋਏਗਾ। ਅਤੇ ਫਿਰ ਉਹਦੇ ਬਾਅਦ ਉਹ ਡਿਵੀਜ਼ਨ ਆਫ ਵਰਕ ਕਰੇ, ਕੰਮ ਦੀ ਵੰਡ ਕਰਨ ਦੇ ਕੰਮ ਦੀ ਵੰਡ। ਕਿਸੇ ਨੂੰ ਇੱਕ ਕੰਮ ਦੇਤਾ, ਕਿਸੇ ਨੂੰ ਦੂਸਰਾ। ਇਹ ਉਹਦੀ ਹੁਸ਼ਿਆਰੀ ਹੈ ਕਿ ਕਿਵੇਂ ਕਿਹੜਾ ਬੰਦਾ ਕਿਸ ਕੰਮ ਦੇ ਲਾਇਕ ਹੈ, ਕਿਸ ਕੰਮ ਦੇ ਸਮਰੱਥ ਹੈ, ਉਹਦੀ ਸਮਰੱਥਾ ਹੈਗੀ, ਉਸੇ ਹਿਸਾਬ ਨਾਲ ਉਹ ਕੰਮ ਵੰਡੇ। ਦੂਸਰੀ ਗੱਲ ਕੀ ਹੈ ਮਾਈਕਰੋ ਇਕੋਨੋਮੀ ਦੇ ਵਿੱਚ, ਡੇਲੀ ਦਾ ਹਿਸਾਬ ਲਿਖੇ। ਡੇਲੀ ਦਾ ਕੀ ਖਰਚਾ ਕਰਿਆ। ਇੱਕ ਤਾਂ ਕੈਸ਼ ਆਊਟਫਲੋ ਹੈ, ਖਰਚਾ ਹੈ ਉਹ। ਇੱਕ ਸਾਡਾ ਹਰ ਇੱਕ ਬੰਦੇ ਦਾ, ਅਸੀਂ ਇੱਕ ਘਰ ਦੇ ਮੈਂਬਰਾਂ ਦਾ, ਉਹਦਾ ਅਸੀਂ ਫਿਕਸ ਕਰੀਏ ਕਿ ਤੈਨੂੰ ਭਾਈ ਇੰਨੇ ਰੁਪਏ ਦਾ ਇਹ ਹੋ ਗਿਆ। ਅਸੀਂ ਆਪਣੇ ਕਾਗਜ਼ 'ਚ ਇਮੈਜੀਨੇਸ਼ਨ 'ਚ ਲਿਖੀਏ ਇਹ 10 ਰੁਪਏ ਦਾ ਕੰਮ ਹੈ। ਬੱਚਾ 10 ਰੁਪਏ ਦਾ, ਉਸ ਤੋਂ ਬੜਾ ਭਾਈ ਹੈ 11 ਰੁਪਏ ਦਾ, 12, 15, 16, 20 ਇਸ ਤਰ੍ਹਾਂ ਕਰਕੇ ਅਸੀਂ ਸਾਰਿਆਂ ਦਾ ਇੱਕ ਨੋਟ ਕਰੀਏ ਵੀ ਅਸੀਂ ਇਹਨਾਂ ਜੀਆਂ ਨੇ ਇੰਨੇ ਪੈਸੇ ਦਾ ਕੰਮ ਕਰਿਆ। ਫਿਰ ਸਾਡਾ ਘਰ ਹੈ, ਸਾਡਾ ਆਪਣਾ ਜਾਂ ਕਿਰਾਏ 'ਤੇ, ਉਹ ਵੀ ਅਸੀਂ ਨੋਟ ਕਰੀਏ। ਅਸੀਂ ਫਿਰ ਡੇਲੀ ਦਾ ਬੇਸਿਸ 'ਤੇ ਉਹਨੂੰ ਡਿਵਾਈਡ ਕਰਕੇ, ਇਹਨੂੰ ਡਿਜੀਟਲਾਈਜੇਸ਼ਨ ਆਫ ਇਕੋਨੋਮੀ ਕਹਿੰਦੇ। ਡਿਜੀਟਲਾਈਜੇਸ਼ਨ ਆਫ ਇਕੋਨੋਮੀ ਸੁਣ ਗਿਆ। ਉਹ ਇਕੋਨਮੀ ਦਾ ਜਦੋਂ ਇਸ ਤਰ੍ਹਾਂ ਦੀ ਵਿਸ਼ਾ ਆ ਗਈ ਤਾਂ ਸਾਨੂੰ ਅਗਲੇ ਦਿਨ ਸਵੇਰੇ ਸਾਰਾ ਦਿਨ ਅਸੀਂ ਉਸੇ ਹਿਸਾਬ ਨਾਲ ਕੰਮ ਕਰੀਏ। ਅਗਲੇ ਦਿਨ ਸਵੇਰੇ ਉੱਠ ਕੇ ਮੈਂ ਇਹ ਚੀਜ਼ ਸਮਝਿਆ ਜਦੋਂ, ਤਾਂ ਮੈਨੂੰ ਬਹੁਤ ਫਾਇਦਾ ਹੋਇਆ। ਪਹਿਲਾਂ ਮੈਂ ਵੀ ਬੇਟਾਈਮਾਂ ਉੱਠਿਆ ਕਰਦਾ ਸੀਗਾ, ਬੇਟਾਈਮਾਂ ਖਰਾਬ ਹੁੰਦਾ ਸੀਗਾ। ਫਿਰ ਮੈਂ ਆਪਣੇ ਬਜ਼ੁਰਗਾਂ ਤੋਂ ਸੁਣਦਾ ਰਹਿੰਦਾ ਸੀ, ਲੇਕਿਨ ਕਿਹਾ ਨਹੀਂ ਮੰਨਦਾ ਸੀਗਾ। ਲੇਕਿਨ ਬਾਈ ਆਹਿਸਤਾ ਆਹਿਸਤਾ ਮੈਨੂੰ ਇੱਕ ਆਦਤ ਪੈ ਗਈ ਅਰਲੀ ਰਾਈਜ਼, ਸੂਰਜ ਦੇ ਨਾਲ ਉੱਠਣਾ, ਅਤੇ ਸ਼ਾਮ ਨੂੰ ਅਸੀਂ ਜਲਦੀ ਸੋ ਜਾਂਦੇ ਸੀਗੇ। ਫਿਰ ਆਪਣੇ ਟਾਈਮ ਨੂੰ ਟਾਈਮ ਟੇਬਲ ਬਣਾਇਆ। ਸਵੇਰੇ ਉੱਠ ਕੇ ਮੈਂ ਇਹ ਲਿਖਣ ਲੱਗ ਗਿਆ ਸੀਗਾ ਵੀ ਮੇਰਾ ਅੱਜ ਦਾ ਕੀ ਕੰਮ ਸੀਗਾ। ਵਿਉਂਤਬੰਦੀ ਦਿਨ ਦੀ ਕਰਨੀ ਜ਼ਰੂਰੀ ਹੈ। ਹਾਂ, ਖਰਚਾ ਮੇਰਾ ਕਿੰਨਾ ਹੋਇਆ, ਮੈਂ ਪੈਦਾਵਾਰ ਕੀ ਕਰੀ, ਮੈਂ ਦਿਹਾੜੀਦਾਰ ਹਾਂ ਤਾਂ ਦਿਹਾੜੀ ਕਿੰਨੀ ਕਰੀ, ਮੈਂ ਖੇਤੀ ਕਰਦਾ ਤਾਂ ਖੇਤੀ ਕਿੰਨੀ ਕਰੀ, ਦੁੱਧ ਵਾਲਾ ਤਾਂ ਦੁੱਧ ਕਿੰਨਾ ਕਰਿਆ, ਦੁਕਾਨ ਵਾਲਾ ਦੁਕਾਨ ਕਿੰਨਾ ਕਰਿਆ। ਹਰ ਇੱਕ ਚੀਜ਼ ਦੀ ਆਪਾਂ ਆਪਣੀ ਇੱਕ ਐਨਾਲਿਸਿਸ ਆਫ ਆਪਣੀ ਸਾਡੀ ਇਕੋਨਮੀ ਦੀ ਐਨਾਲਿਸਿਸ ਕਰੀਏ ਪਰ ਡੇ ਬੇਸਿਸ 'ਤੇ। ਰੋਜ਼ ਅਸੀਂ ਕਿੰਨਾ ਕਰ ਰਹੇ ਹਾਂ, ਆਹਿਸਤਾ ਆਹਿਸਤਾ ਸਾਨੂੰ ਪਤਾ ਲੱਗਣਾ ਸ਼ੁਰੂ ਹੋ ਜਾਏਗਾ ਕਿ ਸਾਡੀ ਵੇਸਟੇਜ ਕਿੱਥੇ ਹੈ। ਮਗਨ ਸਾਹਿਬ, ਜਿਹੜੀ ਗੱਲ ਤੁਸੀਂ ਕਰ ਰਹੇ ਹੋ ਪੇਪਰ ਤੇ ਲੈ ਕੇ ਆਉਣ ਦੀ ਜੀਵਨ, ਸਾਡੇ ਸਮਾਜ ਦਾ ਜੋ ਮੈਂ ਤੁਹਾਡੀ ਗੱਲ ਸੁਣਨ ਤੋਂ ਬਾਅਦ ਮਹਿਸੂਸ ਕਰ ਰਿਹਾ, 90-95% ਬੰਦਾ ਤਾਂ ਇਹ ਉਹਦੇ ਤਾਂ ਇੱਕ ਮਾਈਂਡ ਦੇ 1% ਵੀ ਕੋਨੇ ਦੇ ਵਿੱਚ ਇਹ ਗੱਲ ਨਹੀਂ ਕਿ ਇਦਾਂ ਦਾ ਕੁਝ ਹੋਣਾ ਚਾਹੀਦਾ। ਇਹ ਕਾਰਨ ਹੈ ਫਰਸਟ੍ਰੇਸ਼ਨ ਦਾ। ਬਿਲਕੁਲ ਹੈ, ਉਹ ਅੱਗੇ ਆਏਗਾ। ਅੱਗੇ ਮੈਂ ਇਸ ਚੀਜ਼ ਨੂੰ ਅੱਗੇ ਹੋਰ ਐਕਸਪਲੇਨ ਕਰਦਾ। ਜੀ ਜੀ। ਦੇਖੋ, ਸਾਡਾ ਮਾਈਂਡ ਕੰਡੀਸ਼ਨਿੰਗ ਨਹੀਂ ਹੈ। ਇਹਨੂੰ ਕੰਡੀਸ਼ਨਿੰਗ ਕੀ ਕਹਿੰਦੇ, ਸਾਨੂੰ ਆਦਤ ਨਹੀਂ ਹੈ, ਇੱਕ ਪ੍ਰਥਾ ਬਣ ਗਈ, ਆਦਤ ਦੇ ਹਿਸਾਬ ਨਾਲ ਚੱਲ ਰਹੀ ਹੈ। ਸਾਡੇ ਮਾਂ ਬਾਪ ਨੇ, ਹੋਰਾਂ ਨੇ, ਕਿਸੇ ਨੇ, ਕਿਉਂਕਿ ਪਹਿਲਾਂ ਪੜ੍ਹਨ ਦਾ ਹੋਰ ਤਰੀਕਾ ਸੀਗਾ, ਪੜ੍ਹਾਉਣ ਦਾ ਹੋਰ ਤਰੀਕਾ ਸੀਗਾ, ਹੁਣ ਪੜ੍ਹਾਉਣ ਦਾ ਹੋਰ ਤਰੀਕਾ ਹੋ ਗਿਆ। ਉਦੋਂ ਕੀ ਸੀਗਾ, ਸਾਡੇ ਨਾ ਪਿੱਛੇ ਬਜ਼ੁਰਗਾਂ ਤੋਂ ਸੁਣਿਆ ਕਰਦੇ ਸੀਗੇ, ਉਹ ਸਾਡੇ ਕੋਲ ਨਾ 10 ਤਰ੍ਹਾਂ ਦੇ ਛੋਟੇ ਛੋਟੇ ਮਿੱਟੀ ਦੇ ਗੋਲੀਆਂ ਬਣਾ ਕੇ ਰੱਖ ਦਿੰਦੇ ਸੀਗੇ ਆਪਣੇ ਘਰ 'ਚ। ਉਹ ਕਹਿੰਦੇ ਆਹ ਸਾਡਾ ਰੋਟੀ ਦਾ, ਆਹ ਸਾਡਾ ਇਸ ਚੀਜ਼ ਦਾ, ਆਹ ਸਾਡਾ ਇਸ ਚੀਜ਼ ਦਾ, ਹਰ ਇੱਕ ਚੀਜ਼ ਦਾ ਖਰਚਾ ਹੈ।
ਉਹ ਸਾਰੇ ਖਰਚੇ ਇਕੱਠੇ ਕਰਕੇ ਗੁੱਡੋ 'ਚ ਪਾ ਦਿੰਦੇ ਸੀ। ਅਗਲੇ ਦਿਨ ਖੋਲ੍ਹਦੇ ਸੀ ਸਵੇਰੇ। ਉਹ ਤਾਂ ਪਤਾ ਲੱਗਦਾ ਸੀਗਾ, ਪੜ੍ਹਨ ਦਾ ਤਰੀਕਾ ਸੀ ਉਹ। ਫਿਰ ਕਈ ਕਿਆ ਕਰਦੀਆਂ, ਸਾਡੀ ਦਾਦੀ ਕੀ ਕਰਿਆ ਕਰਦੀ, ਦੀਵਾਰ 'ਚ ਆਟੇ ਨਾਲ ਨਾ ਲਕੀਰਾਂ ਮਾਰ ਦਿੰਦੇ ਸੀ। ਉਹ ਵੀ ਪੜ੍ਹਨ ਦਾ ਸੀਗਾ। ਉਹਨੂੰ ਗਿਣਤੀ ਨਹੀਂ ਆਉਂਦੀ ਸੀ, ਅਨਪੜ੍ਹ ਸੀ, ਤਾਂ ਵੀ ਲਿਖਦੀ ਸੀ, ਕਿਉਂਕਿ ਉਹ ਆਪਣੇ ਆਪਣੇ ਤਰੀਕੇ ਨਾਲ ਜਾਂ ਕਣਕ ਚੁੱਲ੍ਹੇ ਦੀ ਰਾਖੀ ਨਾਲ ਹੀ ਦੀਵਾਰ 'ਤੇ ਲਾਈਨਾਂ ਮਾਰਦੇ ਸੀ। ਉਹਨੂੰ ਹੁੰਦਾ ਸੀ ਮੇਰੀ ਅੱਜ 5 ਲਾਈਨਾਂ ਲੱਗੀਆਂ। ਖਰਚੇ ਦੀ, ਆਮਦਨੀ ਦੀ ਉਹਨੂੰ ਨਹੀਂ ਪਤਾ ਸੀਗਾ। ਆਮਦਨੀ ਬਾਊ ਜੀ ਕਰਦੇ ਸੀਗੇ, ਮੇਰੇ ਬਾਬਾ ਜੀ, ਦਾਦਾ ਜੀ, ਉਹ ਆਪਣੇ ਹਿਸਾਬ ਨਾਲ ਕਰਦੇ ਸੀ। ਇਹ ਸਾਰਿਆਂ ਦਾ ਖਰਚਾ ਲੈ ਲੈਂਦਾ। ਬਟ ਗੱਲ ਇਹ ਹੈ ਕਿ ਜਦੋਂ ਤੱਕ ਤੁਸੀਂ ਇਹ ਨਹੀਂ ਕਰੋਗੇ, ਮਾਈਕਰੋ ਇਕੋਨੋਮੀ ਦੇ ਵਿੱਚ ਸਭ ਤੋਂ ਬੜੀ ਗੱਲ ਕੀ ਹੈ ਕਿ ਅੱਜ ਅਸੀਂ, ਸਾਡੇ ਕੋਲ ਖਰਚਾ ਤਾਂ ਹੈਗਾ, ਐਗਜ਼ਾਮਪਲ ਦੇ ਤੌਰ 'ਤੇ 100 ਰੁਪਇਆ, ਅਸੀਂ ਆਮਦਨੀ ਕਰ ਰਹੇ ਹਾਂ 90 ਰੁਪਏ, ਤਾਂ ਅਸੀਂ ਬਚਾਈਏ ਕਿੱਥੋਂ? ਫਿਰ ਅਸੀਂ ਜੋ ਘੱਟ ਤੋਂ ਘੱਟ ਖਰਚੇ ਦੇ ਵਿੱਚ ਪਰਿਵਾਰ ਸਾਰੇ ਇਕੱਠੇ ਬੈਠ ਕੇ ਰੋਟੀ ਖਾ ਕੇ ਉਦੋਂ ਕਰਿਆ ਕਰਦੇ ਸੀਗੇ, ਹੁਣ ਵੀ ਕਰ ਸਕਦੇ, ਕੀ ਕਰ ਸਕਦੇ। ਥਾਲੀ ਦੇ ਵਿੱਚ ਸਾਰਿਆਂ ਵਾਸਤੇ ਜੈਸੇ ਜੈਸੀ ਉਹਦੀ ਸਮਰੱਥਾ ਹੈ, ਉਹਦੀ ਰਿਕੁਆਇਰਮੈਂਟ ਹੈ, ਕਿਸੇ ਬੱਚੇ ਦੀ ਜ਼ਿਆਦਾ, ਕਿਸੇ ਬੱਚੇ ਦੀ ਘੱਟ ਹੈ, ਉਮਰ ਦੇ ਹਿਸਾਬ ਨਾਲ, ਏਜ ਦੇ ਹਿਸਾਬ ਨਾਲ, ਉਸ ਹਿਸਾਬ ਨਾਲ ਹੀ ਉਹਨੂੰ ਮਿਲਣਾ ਚਾਹੀਦਾ। ਥਾਲੀ ਦੇ ਵਿੱਚ ਝੂਠਾ ਨਹੀਂ ਕਰਨੀ ਚਾਹੀਦੀ। ਅਤੇ ਜਿੰਨੀ ਜ਼ਰੂਰਤ ਹੈਗੀ ਘਰ ਦੀ, ਉਸ ਤੋਂ 1 ਪੈਸੇ ਘੱਟ ਖਰਚ ਕਰਨਾ। 4 ਬੁਰਕੀ ਖਾਣੀ ਹੈ ਤਾਂ 3 ਖਾ ਕੇ ਦੇਖੋ, ਖਾਲੀ ਪੇਟ ਰੱਖੋ, ਸਿਹਤ ਵੀ ਠੀਕ ਰਹੇਗੀ, ਵਰਤ ਵੀ ਰਹੇਗਾ, ਸਾਰਾ ਕੁਝ ਠੀਕ ਹੈ। ਵੇਸਟੇਜ ਨਹੀਂ ਕਰਨੀ। ਨਾਣ ਵਾਲੀ ਸਾਬਣ ਹੈ, ਵੇਸਟੇਜ ਨਾ ਕਰੋ, ਪਾਊਚ ਲਿਓ, ਛੋਟਾ ਪਾਊਚ ਲਿਓ। 1 ਦਿਨ ਤੋਂ ਵੱਧਦਾ ਜੇ ਸ਼ਾਮ ਨੂੰ ਬਚਾ ਲਿਆ, 2 ਦਿਨ ਕੱਢ ਲਏ ਤਾਂ ਬਚਤ ਕਰ ਲਈ। ਸੇਵਿੰਗ ਇਕੋਨੋਮੀ ਹੈ, ਪ੍ਰੋਫਿਟ ਹੈ। ਇਨਕਮ ਕਿਤੋਂ ਨਹੀਂ ਆਉਂਦੀ, ਸੇਵਿੰਗ ਤੋਂ ਆਉਂਦੀ ਹੈ। ਜਿਹੜੀ ਤੁਸੀਂ ਗੱਲਾਂ ਦੱਸ ਰਹੇ ਹੋ ਬੜੀਆਂ ਕੰਮ ਆਉਣ ਯੋਗ ਗੱਲਾਂ ਨੇ। ਸਾਡੇ ਤਾਂ ਘਰ ਦੇ ਵਿੱਚ ਜਦੋਂ ਲਾਈਟਾਂ ਵੀ ਚੱਲਦੀਆਂ ਹੁੰਦੀਆਂ ਸੀ ਤਾਂ ਸ਼ਾਮ ਨੂੰ ਮਾਨ ਨਾਲ ਚਲਾ ਕੇ ਰੱਖਦੇ ਆ ਕਿ ਕੋਈ ਨਹੀਂ ਲਾਈਟ ਪੈਣ ਦਿਓ। ਉਹ ਵੀ ਕਿਤੇ ਨਾ ਕਿਤੇ ਬਹੁਤ ਵੱਡੀ, ਜਿਵੇਂ ਤੁਸੀਂ ਪਹਿਲਾਂ ਦੱਸ ਰਹੇ ਸੀ ਕਿ ਜੇ ਗਲਾਸ ਵੀ ਵੇਲੇ ਸਿਰ ਧੋਤਾ, ਉਸੇ ਪਾਣੀ ਨਾਲ 2 ਗਲਾਸ ਤੋਂ ਤੇ ਸੇਵਿੰਗ ਹੈ। ਹਾਂ, ਤੁਸੀਂ ਜਦੋਂ ਇਸੇ ਮਾਈਕਰੋ ਇਕੋਨੋਮੀ ਕਰੋਗੇ, ਤੁਹਾਡੀ ਆਪਸ 'ਚ ਆਦਤ ਹੋਏਗੀ। ਸਾਡੀ ਮੰਮੀ ਇੱਕ ਗੱਲ ਕਿਹਾ ਕਰਦੀ ਸੀ, ਬੇਟਾ ਮੈਨੂੰ ਪਾਣੀ ਪਿਲਾ ਦੇ, ਮਟਕੇ 'ਚੋਂ ਲੈ ਰਿਹਾ ਅਤੇ ਪਾਣੀ ਪਿਲਾ ਦੇ, ਅਤੇ ਐਂ ਕਰੀ ਮੇਰਾ ਗਲਾਸ ਲਿਜਾ ਕੇ ਨਾ ਧੋ ਕੇ ਰੱਖ ਦਿਓ ਤੁਸੀਂ। ਇਹ ਆਵਾਜ਼ ਦੇ ਕੇ ਕਿਹਾ ਕਰਦੀ। ਜਿਹੜੀ ਮਾਈਕਰੋ ਇਕੋਨੋਮੀ ਹੈ, ਇਹ ਐਸਾ ਸਬਜੈਕਟ ਹੈ ਜਿਹੜਾ ਮੈਂ ਆਪਣੀ ਫੈਕਟਰੀ 'ਚ ਵੀ ਇਸਤੇਮਾਲ ਕਰਿਆ। ਕਈ ਵਾਰ ਸਾਨੂੰ ਇਹ ਸਿਖਾਉਂਦੀ ਹੈ, ਸਾਨੂੰ ਜਦੋਂ ਸਾਡੀ ਇਕੋਨੋਮੀ ਮਾਈਕਰੋ ਦੇ ਵਿੱਚ ਅਸੀਂ ਕਨਵਰਟ ਕਰ ਦਿੰਦੇ ਹਾਂ, ਸਾਨੂੰ ਪਤਾ ਲੱਗਦਾ। ਕਿਉਂਕਿ ਕਈ ਵਾਰ ਕੀ ਹੁੰਦਾ ਕਿ ਸਾਡਾ ਘਾਟਾ ਇੰਨਾ ਵੱਧ ਜਾਂਦਾ ਕਿ ਸਾਨੂੰ ਪਤਾ ਲੱਗਣ ਤੋਂ ਟਾਈਮ 'ਤੇ ਉਹਨੂੰ ਕਵਰ ਕਰਨਾ ਔਖਾ ਹੋ ਜਾਂਦਾ। ਜਿਹੜੀ ਸਾਡੇ ਕੋਲ ਸੇਵਿੰਗ ਹੋ ਗਈ, ਉਸ ਨੂੰ ਅਸੀਂ ਗੁੱਲਕ 'ਚ ਜਮ੍ਹਾਂ ਕਰਾਉਣਾ ਆਹਿਸਤਾ ਆਹਿਸਤਾ। ਅਤੇ ਸਾਡਾ ਹੋ ਗਿਆ ਟਾਰਗੇਟ 500 ਰੁਪਏ ਇਕੱਠੇ ਹੋ ਗਏ, ਛੋਟੀ ਰੁਪਏ ਹੁਣ ਸਾਡੇ ਬੈਂਕ 'ਚ ਚੱਲ ਰਹੀ ਹੈ। ਫਿਰ ਸਾਡੇ ਗੋਲ ਫਿਕਸ ਹੋ ਗਏ। ਗੋਲ ਫਿਕਸ ਕੀ ਹੋ ਗਏ ਕਿ ਮੈਂ ਇੱਕ ਕਿ ਮੈਂ ਤਾਂ ਜੀ ਆਹ ਮਕਾਨ ਲੈਣਾ। ਮਕਾਨ ਕਿੰਨੇ ਦਾ? ਇਹ 20,000 ਦਾ ਹੈ, ਐਗਜ਼ਾਮਪਲ ਹੀ ਦੇ ਰਹੇ ਹਾਂ। ਸਾਡਾ ਟਾਰਗੇਟ ਫਿਕਸ ਹੋ ਗਿਆ, ਅਸੀਂ 20,000 ਇਕੱਠੇ ਕਰਨੇ, ਇਕੱਠਾ ਕਰਨਾ। ਹੁਣ ਕਿਵੇਂ ਕਰਨਾ? ਰੋਜ਼ ਦੀ ਰੋਜ਼ ਅਸੀਂ ਆਪਣੇ ਬਚਾ ਕੇ, ਕਮਾਈ 'ਚੋਂ ਬਚਾ ਕੇ। ਕਮਾਈ ਕਿਸ ਤਰ੍ਹਾਂ ਕਰਨੀ ਹੈ? ਉਹ ਥੋੜ੍ਹੀ ਆਪਣੇ ਆਪ ਹੀ ਤੁਹਾਨੂੰ ਅਵਿਸ਼ਕਾਰ ਜਿਹੜਾ ਹੈਗਾ ਮਜਬੂਰੀ ਦੀ ਦੇਣਾ ਹੈ। ਇਹਨੂੰ ਕਿਵੇਂ ਕਹਾਂਗੇ? ਲੋੜ ਕਾਢ ਦੀ ਮਾਂ ਹੈ। ਲੋੜ ਕਾਢ ਦੀ ਮਾਂ ਹੈ, ਇਸੇ ਕਹਾਂਗੇ। ਉਹੀ ਚੀਜ਼ ਤੁਹਾਡੇ ਲਾਗੂ ਹੋਏਗੀ ਕਿ ਉਸ ਟਾਈਮ 'ਤੇ ਤੁਹਾਨੂੰ ਸੁੱਖਣਾ ਹੋ ਜੂ ਕਿ ਮੈਂ ਵਿਹਲਾ ਬੈਠਾ, ਮੈਂ ਕੀ ਕੰਮ ਕਰਾਂ। ਇੱਥੇ ਆ ਕੇ ਸਾਨੂੰ ਕਈ ਵਾਰ ਕੰਮ ਕਰਨ ਤੋਂ ਲਾਜ ਆਉਂਦੀ ਹੈ। ਲੋਕ ਕੀ ਕਹਿਣਗੇ? ਉਹ ਬਾਣੀਆਂ ਦਾ ਮੁੰਡਾ, ਬਹੁਤ ਵੱਡਾ ਸਵਾਲ ਹੈ। ਬਾਣੀਆਂ ਦਾ ਮੁੰਡਾ, ਜੱਟਾਂ ਦਾ ਮੁੰਡਾ, ਇਹਦੇ ਬਾਪੂ ਦੇ ਤਾਂ ਇੰਨਾ ਸੀਗਾ ਸਟੇਟਸ, ਈਗੋ, ਉਹ ਕੰਮ ਕਰਨ ਤੋਂ ਕਈ ਵਾਰ ਰੋਕਦਾ ਹੈ। ਸਾਨੂੰ ਝੂਠੇ ਉਮੀਦ ਬਣਨ ਦੀ ਸਟੇਟਸ ਈਗੋ ਦੇ ਦਿੰਦਾ ਹੈ। ਝੂਠੇ ਪੈਸੇ ਹੈ ਨਹੀਂ, ਉਹਦਾ ਮੇਰਾ ਸਟੇਟਸ ਵੱਡਾ ਹੈ। ਹੁਣ ਬਾਹਮਣ ਕਹੇ ਜੀ
ਮੈਂ ਤਾਂ ਪੰਤਾਈ ਕਰਾਂਗਾ, ਮੈਂ ਤਾਂ ਰੇੜੀ ਨਹੀਂ ਲਾਉਂਦਾ। ਲੋਕੀ ਕੀ ਕਹਿਣਗੇ? ਉਹ ਗਰੀਬ ਦਾ ਗਰੀਬ ਹੀ ਰਹੂਗਾ। ਇਹ ਤਾਂ ਮੇਰਾ ਕੰਮ ਨਹੀਂ ਹੈ। ਕਈ ਬੰਦਿਆਂ ਨੇ ਛੋਟੇ ਛੋਟੇ ਕੰਮ ਕਰਕੇ, ਅਸੀਂ ਪੰਜਾਬ ਦੇ ਤੇ ਪਾਕਿਸਤਾਨ ਤੋਂ ਬਾਅਦ ਜਦੋਂ ਆਏ ਬੰਦੇ, ਉਹਨਾਂ ਦੀ ਮਿਹਨਤ ਦੇਖ ਕੇ ਦੰਗ ਰਹਿ ਗਏ। ਤਾਂ ਇਸ ਕਰਕੇ ਜਿਹੜਾ ਕਮਾਈ ਹੈ, ਜਿਹੜਾ ਪੇਸ਼ਾ ਹੈ, ਉਹ ਪਹਿਲਾਂ ਟਾਰਗੇਟ 'ਤੇ ਦੇਖੋ। ਅਸੀਂ ਸਾਡਾ ਟਾਰਗੇਟ ਕੀ ਹੈ? ਅਮੀਰ ਬਣਨਾ। ਅਮੀਰ ਬਣਨ ਦੇ ਵਿੱਚ ਰੁਕਾਵਟਾਂ ਹੈ ਸਟੇਟਸ, ਅਕਾਊਂਟ ਨਾ ਰੱਖਣਾ, ਸਟੇਟਸ, ਇਹ ਨੁਕਸਾਨ ਹੈ। ਸਿੰਪਲਿਸਿਟੀ, ਸਿੰਪਲ ਰਹਿਣਾ। ਮੈਂ ਇਸ ਤੋਂ ਉੱਪਰ ਜਿਹੜੇ ਖਰਚੇ ਆ ਉਹਦੇ ਉੱਪਰ ਮੈਂ ਬਾਅਦ ਚ ਆਊਂਗਾ। ਮੈਂ ਇੱਕ ਛੋਟੀ ਜਿਹੀ ਤੁਹਾਨੂੰ ਐਗਜ਼ਾਮਪਲ ਦੱਸਾਂ। ਹਾਂਜੀ ਬਿਲਕੁਲ। ਮੈਨੂੰ ਆਪਣੇ ਕੰਮ ਦੇ ਟਾਈਮ 'ਤੇ ਕੱਛ ਜਾਣ ਦਾ ਪਿਆ। ਗੁਜਰਾਤ ਦੇ ਵਿੱਚ ਕੱਛੇ ਦਾ ਜਾਏਗਾ, ਉੱਥੇ ਇੱਕ ਕੈਸਟ ਬਣਾਉਣ ਦੀ ਫੈਕਟਰੀ ਸੀਗੀ। ਉਸ ਤੋਂ ਮੈਂ ਆਰਡਰ ਲੈਣਾ ਸੀਗਾ ਆਪਣੇ ਸਾਡੇ ਪੇਪਰ ਦਾ, ਉਹਦੇ 'ਚ ਪੈਕਿੰਗ ਲੱਗਦੀ ਸੀਗੀ। ਮੈਂ ਉੱਥੇ ਗਿਆ, ਫੈਕਟਰੀ ਗਿਆ। ਫੈਕਟਰੀ ਵਾਲੇ ਨੇ ਕਿਹਾ ਜੀ ਉਹ ਮਾਲਕ ਕਰ ਗਏ ਹੋਏ ਆ, ਤੁਸੀਂ ਉੱਥੇ ਚਲੇ ਜਾਓ। ਅਤੇ ਗਰਮੀ ਵਾਲੀ ਸੀਗੀ, ਮੈਂ ਫਿਰ ਵੀ ਗਿਆ ਅਤੇ ਇੱਥੇ ਪਤਾ ਕਰਿਆ, ਘਰ ਪਹੁੰਚ ਗਿਆ। ਉਹਨੇ ਕਿਹਾ ਜੀ ਜੁੱਤੇ ਚੱਪਲ ਆਓ, ਇੱਥੇ ਹੁਣ ਬਾਰ ਬਾਰ ਬਹਾਰੀ ਨਹੀਂ ਹੁੰਦੀ ਹੈਗੀ, ਸਫਾਈ ਨਹੀਂ ਹੁੰਦੀ, ਸਫਾਈ ਨਹੀਂ ਹੁੰਦੀ ਬਾਰ ਬਾਰ। ਅੱਛਾ, ਜੁੱਤੇ ਲਾ ਕੇ ਅੰਦਰ ਆਓ। ਹਾਂ, ਜੁੱਤੇ ਲਾ ਕੇ ਅੰਦਰ ਆਓ, ਸਫਾਈ ਹੋ ਕੇ ਹਟੀ ਹੈ, ਹੁਣ ਬਾਰ ਬਾਰ ਨਹੀਂ ਬਹਾਰੀ ਹੁੰਦੀ। ਅੱਛਾ, ਵੈਰੀ ਗੁੱਡ। ਅਤੇ ਮੈਂ ਅੰਦਰ ਗਿਆ, ਥੱਲੇ ਜ਼ਮੀਨ 'ਤੇ ਉਹਨਾਂ ਨੇ ਗੱਦੀ ਵਿਛਾ ਰੱਖੀ ਸੀ, ਸਫੇਦ ਚੱਦਰ ਸੀਗੀ, ਉਸ 'ਤੇ ਉਹ ਪਜਾਮੇ 'ਚ ਬੈਠੇ ਸੀਗੇ, ਬਨਿਆਨ 'ਚ। ਅਤੇ ਮੈਨੂੰ ਪੁੱਛਦੇ ਆ ਜੀ ਪੱਖਾ ਚਲਾਉਣਾ ਹੈ? ਮੈਂ ਕਿਹਾ ਜੀ ਤੁਹਾਡੀ ਮਰਜ਼ੀ ਚਲਾ ਲਓ। ਅੱਛਾ। ਮੈਂ ਕਿਹਾ ਜੀ ਚਲਾ ਲਓ, ਥੋੜ੍ਹੀ ਮਰਜ਼ੀ ਹੈ, ਆਪਾਂ ਨੂੰ ਲੋੜ ਹੈ ਤਾਂ ਚਲਾ ਲਈਏ। 2 ਵਾਰ ਪੁੱਛਿਆ, ਤੀਸਰੀ ਵਾਰ ਮੈਨੂੰ ਸ਼ਰਮ ਆ ਗਈ, ਉਹਨਾਂ ਨੇ ਨਹੀਂ ਚਲਾਇਆ। ਮੈਂ ਵੀ ਉਸ ਤਰ੍ਹਾਂ ਹੀ ਬੈਠ ਗਿਆ। ਗਰਮੀ ਇੰਨੀ ਸੀ, ਪਸੀਨਾ ਚੁੱਹ ਰਿਹਾ ਸੀਗਾ, ਫਿਰ ਵੀ ਮੈਂ ਬੈਠ ਗਿਆ। ਜੋ ਉਹ ਬੈਠੇ ਸੀ ਮੈਂ ਵੀ ਬੈਠ ਗਿਆ। ਮੈਂ ਆਰਡਰ ਲੈਣਾ ਸੀਗਾ, ਮੈਨੂੰ ਨਾਰਾਜ਼ ਕਿਵੇਂ ਕਰਦਾ? ਮੇਰਾ ਵੀ ਪੇਸ਼ੈਂਸ ਆ ਗਈ। ਉਹਨਾਂ ਨੇ ਕਿਹਾ ਲਾਈਟ ਦੀ ਲੋੜ ਹੈ? ਮੈਂ ਕਿਹਾ ਨਾ ਜੀ ਲੋੜ ਨਹੀਂ ਹੈ। ਕਹਿੰਦਾ ਸਾਲੇ ਕੋਈ ਦਿਖਣਾ ਪੈਂਦਾ ਲਾਈਟ। ਦਿਨ ਦੀ ਰੋਸ਼ਨੀ 'ਚ ਹੀ ਅਸੀਂ ਬੈਠੇ ਰਹੇ। ਉਹਨੇ ਆਪਣੀ ਵਾਈਫ ਨੂੰ ਆਵਾਜ਼ ਦਿੱਤੀ, ਨਾ ਲੈ ਕੇ ਪਾਣੀ ਲੈ ਕੇ ਆਓ। ਉਹਨੇ ਪੁੱਛਿਆ ਪਾਪੜ ਨਾਲ ਲੈ ਲੈ? ਕਹਿੰਦੇ ਜੀ ਪਾਪੜ ਬਾਅਦ 'ਚ ਨਹੀਂ, ਪਹਿਲਾਂ ਪਾਣੀ ਲੈ ਕੇ ਦਿਓ। ਪੁੱਛ ਲਾਂਗੇ। ਪਾਣੀ ਆ ਗਿਆ। ਅੱਛਾ, ਜ਼ਰੂਰਤ ਪੁੱਛੀ ਗਈ ਹਰ ਗੱਲ ਤੇ। ਹਾਂ ਠੀਕ ਹੈ ਜੀ। मैंने पानी पी लिया। वो कहती गिलास रखन चली गई, धो के आ गई गिलास अगे, उत्थे बैठ गई। वो भी जिथे असीं बैठे थे उत्थे वो नाल बैठ गई उन्होंने, जिमें बैठी सी। फिर कहते जी तुसीं कुछ खाओगे? मैं कहा ना जी कुछ नहीं। चलो कुछ तो लियाने। हाँ मतलब गुजराती च बोल रहे थे, मैं पंजाबी च बोल रहा, लेकिन उन्होंने का सीगा भी हिंदी च, मोस्टली हिंदी च गल कर रहे थे। उस खुट्टी से कुर्ता टंगिया सीगा, उन्होंने कुर्ता पाया। बाहर साइकिल खड़ी सी बरामदे च, साइकिल से दिखता सीगा मैनू। साइकिल से बैठ के वो चले गए बाजार। बाजार जाके वो लैके आ गए, फटाफट साइकिल से आ गए, खड़े कर कुर्ता ला के खड़ा कर बैठ गए। बैठने तो बाद उन्होंने कहा भी की काम है, हो रहा है, सारी गलबात पूछी। मैं कही थोड़ी आ पेपर है साडा, इस तरह ये चीज़ है, असीं बनाने थोड़ी पैकिंग वास्ते चाहिए। कहना हुण मैं तो नहीं जा रहा, तुसीं फैक्ट्री चले जाओ। तो गई हो पहला, उत्थे ही होके आए हो, फैक्ट्री चले जाओ, उसे आप फलाना मैनेजर मिलूगा, उन्होंने मेरा जाके मिल के आप मेरी पर्ची दे दियो, थोड़े सारा कुछ उसदे नाल गलबात कर लो। मैं फैक्ट्री गया। फैक्ट्री जाके जो मैं अंदर बढ़िया तो मेरा दंग रह गया। फैक्ट्री बहुत बड़ी, और देख के हैरान रह गया। उन्होंने गलबात हुई तो गल्लां बातां च पता लग्या कि उन्होंने फैक्ट्री की वर्थ उस टाइम से 500 करोड़ तो उपर सी। अच्छा जी, क्या बात है। मैनू हैरानगी हुई कि इस तरह के पैसे वाला बंदा कितना सिंपल है। नहीं फिर साडे समाज दे विच तां मकान सभा ने सूमपना कहंदे ने। ये देखो ये पता की है, ਜੇ ਬੰਦਾ 500 ਕਰੋੜ ਦਾ ਮਾਲਕ ਹੋ ਕੇ ਪੁੱਛ ਕੇ ਬਲਬ ਚਲਾ ਰਿਹਾ ਹੈ, ਸਾਡਾ ਸਮਾਜ ਤਾਂ ਕਹਿੰਦਾ ਇਹ ਸੂਮ ਹੈ, ਕਿਰਸੀ। ऐसे करके अच्छा ਅਸੀਂ ਇੱਥੇ ਸਾਡਾ ਇਕਨੋਮੀ ਲੜਖੜਾ ਰਹੀ ਹੈ।
ਸਾਡੇ ਵਿੱਚੋਂ ਇਹ ਕੱਢਣੀ ਪਏਗੀ। ਸਾਡੇ ਵਿੱਚ ਜਿਹੜੀ ਇਹ ਬੇਫਜ਼ੂਲ ਦੀ ਸਟੇਟਸ ਸਿੰਬਲ ਹੈ। ਖਾਲੀ ਪੀਪੇ ਖੜਕ ਰਹੇ ਹਾਂ। ਹਾਂ, ਅਸੀਂ ਇਗੋਇਸਟਿਕ ਹੋਏ ਹੋਏ ਹਾਂ। ਅਸੀਂ ਕਹਿੰਦੇ ਹਾਂ ਕੁਛ ਇਹਦੇ 'ਚ ਕਸੂਰ ਹੈ। ਮੈਂ ਤੁਹਾਨੂੰ ਹੋਰ ਵੀ ਕਹਿੰਦਾ, ਜਦੋਂ ਥੋੜ੍ਹਾ ਜਿਹਾ ਪਿੱਛੇ ਜਾਈਏ ਤਾਂ ਸਾਡੇ ਸੋਨੇ ਦੀ ਚਿੜੀਆ ਕਿਹਾ ਕਰਦੇ ਸੀ ਹਿੰਦੁਸਤਾਨ ਨੂੰ। ਮੈਂ ਐਡ ਕਰ ਰਿਹਾ, ਸੋਨੇ ਦੀ ਚਿੜੀਆ ਕਿਹਾ ਕਰਦੇ ਸੀਗੇ। ਆਹਿਸਤਾ ਆਹਿਸਤਾ ਅਸੀਂ ਗੁਲਾਮ ਕਿਉਂ ਹੋ ਗਏ? ਸਾਨੂੰ ਜਿਹੜੇ ਸਾਡੇ ਧਾਰਮਿਕ ਵਿਚਾਰਾਂ ਵਾਲੇ ਬੰਦੇ ਸੀਗੇ, ਉਹਨਾਂ ਨੂੰ ਸਾਨੂੰ ਸਰਦਾਪਨ ਸਿਖਾਇਆ ਸੀਗਾ, ਲੇਕਿਨ ਨਾਲ ਹੀ ਉਹਨਾਂ ਨੇ ਸਾਨੂੰ ਡਰਾਉਣਾ ਵੀ ਸ਼ੁਰੂ ਕਰਤਾ। ਡਰਾਉਣ ਦੇ ਵਿੱਚ ਕਿਹਾ, ਉਹ ਸਾਨੂੰ ਭੇਦਭਾਵ ਪਾਤਾ। ਦਰਿਦਰ ਨਾਰਾਇਣ ਗਰੀਬ ਆਦਮੀ, ਉਹਨੂੰ ਦਾਨ ਦਿਓ। ਦਾਨ 'ਤੇ ਪਾਲਣਾ ਭਿਖਾਰੀ ਬਣਾਉਣਾ ਸ਼ੁਰੂ ਕਰਤਾ। ਸਾਨੂੰ ਇਹ ਸਮਝ ਆਈ ਕਿ ਦਰਿਦਰ ਅਤੇ ਨਾਰਾਇਣ, ਦਰਿਦਰ ਜਿਹੜਾ ਗਰੀਬ ਹੈ ਉਹ ਰੱਬ ਹੈ। ਅਸੀਂ ਅੰਦਰੋਂ ਦਾ ਗਰੀਬ ਹੋਣਾ ਚਾਹੁੰਦੇ ਹਾਂ, ਕਿਉਂਕਿ ਸਾਡੀ ਆਤਮਾ ਜਿਹੜੀ ਹੈ ਉਹ ਧਾਰਮਿਕ ਵਿਚਾਰਾਂ ਦੇ ਵਿੱਚ ਆ ਕੇ ਦਰਿਦਰ ਤਾਂ ਚੰਗੀ ਗੱਲ ਹੁੰਦੀ ਹੈ, ਰੱਬ ਹੁੰਦਾ, ਨਾਰਾਇਣ ਰੱਬ ਹੈ। ਜਿਹੜੇ ਬੰਦੇ ਨੇ ਇਹ ਸਮਝ ਲਿਆ ਕਿ ਦਰਿਦਰ ਹੋਣਾ ਗੁਨਾਹ ਹੈ, ਧਰਤੀ ਦੇ ਬੋਝ ਹੈ, ਨਾਰਾਇਣ ਇਹ ਦਰਿਦਰ ਹਟਾ ਦਿਓ ਤਾਂ ਨਾਰਾਇਣ ਲੈ ਗਏ, ਤੁਸੀਂ ਨਾਰਾਇਣ ਬਣ ਜਾਓਗੇ, ਪੈਸੇ ਵਾਲੇ ਬਣ ਜਾਓਗੇ। ਆਪਣੇ ਅੰਦਰੋਂ ਦਰਿਦਰਤਾ ਕੱਢੋ, ਭਜਾਓ ਇਹਨੂੰ, ਨਾਰਾਇਣ ਬਣਨ ਦੀ ਕੋਸ਼ਿਸ਼ ਕਰੋ, ਰੱਬ ਬਣਨ ਦੀ ਕੋਸ਼ਿਸ਼ ਕਰੋ, ਕਮਾਈ ਕਰਨ ਦੀ ਕੋਸ਼ਿਸ਼ ਕਰੋ। ਉਹ ਸਾਡੇ ਅੰਦਰ ਜਿਹੜੀ ਤੜਫਣਾ ਹੋਣੀ ਚਾਹੀਦੀ ਹੈ, ਅਸੀਂ ਗਰੀਬ ਨਹੀਂ ਚਾਹੁੰਦੇ, ਆਪਣੇ ਨੂੰ ਗਰੀਬ ਰੱਖਣਾ ਹੀ ਨਹੀਂ। ਅੱਗ ਹੋਣੀ ਚਾਹੀਦੀ ਹੈ, ਤਪ ਹੋਣਾ ਚਾਹੀਦਾ ਹੈ। ਇਹ ਤਪ ਕਰੋਗੇ, ਕਈਆਂ ਨੇ ਤਪ ਕਰਿਆ, ਜਿੰਨੇ ਬੜੇ ਆਦਮੀ ਸਾਰਿਆਂ ਨੇ ਤਪ ਕਰਿਆ। ਕੋਈ ਐਸਾ ਬੰਦਾ ਨਹੀਂ ਹੈ ਜਿਹਨੇ ਤਪ ਕਰੇ ਬਗੈਰ ਕੋਈ ਵੀ ਆਪਣੇ ਫੀਲਡ ਦੇ ਵਿੱਚ, ਚਾਹੇ ਉਹ ਪੋਲੀਟਿਕਸ ਸੀਗੀ। ਮਗਨ ਸਾਹਿਬ, ਤੁਹਾਡੀਆਂ ਗੱਲਾਂ ਸਿਆਣੀਆਂ ਨੇ। ਜਿਹੜਾ ਬੰਦਾ ਅੱਜ ਇਸ ਕਦਰ ਉਲਝਿਆ ਹੋਇਆ ਹੈ, ਉਹ ਵੀ ਕਮਾ ਰਿਹਾ ਹੈ, ਘਰ ਵਾਲੀ ਵੀ ਕਮਾ ਰਹੀ ਹੈ, ਛੋਟਾ ਪਰਿਵਾਰ ਹੈ, ਕਹਿਰਾ ਪਰਿਵਾਰ ਹੈ, ਪਰ ਉਹ ਜੋ ਜੀਵਨ ਦਾ ਗੱਡਾ ਰਿੜ ਨਹੀਂ ਰਿਹਾ, ਲੋਟ ਨਹੀਂ ਆ ਰਿਹਾ, ਕੁੱਲ ਮਿਲਾ ਕੇ ਸਾਰਾ ਕੁਝ ਕਰ ਕਰਾ ਕੇ ਵੀ ਉਹਨਾਂ ਦਾ ਜਿਹੜਾ ਜੇ ਕਹਿੰਦੇ ਨੇ ਬੁੱਤਾ ਹੀ ਸਰਦਾ ਹੈ, ਜਮਾ ਲਈ ਰਾਸ਼ੀ ਕੋਈ ਨਹੀਂ ਹੈਗੀ। ਕਿੱਥੇ ਜੇ ਗਲਤੀ ਕਰ ਰਹੇ ਨੇ? ਦੇਖੋ ਗਲਤੀ ਕੀ ਕਰਦੇ ਆ, ਉਹਦੇ ਅੰਦਰ ਦੀ ਜਿਹੜੀ ਮੋਹ ਹੈ ਨਾ, ਮਾਇਆ ਦਾ ਮੋਹ ਹੈ। ਮਾਇਆ ਦਾ ਮੋਹ ਹੈ ਤੇ ਨਾਲ ਵਾਸਨਾ ਹੈ। ਵਾਸਨਾ ਅਸੀਂ ਉਹਨੂੰ ਕਹਿੰਦੇ ਵੀ ਉਹ ਕੰਟਰੋਲ ਨਹੀਂ ਕਰਦਾ, ਮਨ ਨੂੰ ਕੰਟਰੋਲ ਨਹੀਂ ਕਰਦਾ। ਉਹ ਦੇਖਦਾ ਵੀ ਨਾਲ ਵਾਲੇ ਨੇ, ਮੇਰੇ ਪੜੋਸੀ ਹੈ ਜਾਂ ਕੋਈ ਵੀ ਹੋਰ ਬੰਦਾ ਹੈ, ਭਾਈ ਹੈ, ਵਿਚਾਰ ਹੈ, ਰਿਸ਼ਤੇਦਾਰ ਹੈ, ਕੋਈ ਹੈ, ਉਹਨੇ ਕਾਰ ਲੈ ਲਈ, ਮੇਰੇ ਕੋਲ ਛੋਟੀ ਹੈ, ਮੇਰੇ ਕੋਲ ਸਕੂਟਰ ਹੈ, ਤਾਂ ਮੈਨੂੰ ਲੱਗਦਾ ਕਿ ਮੈਂ ਤਾਂ ਬਹੁਤ ਥੱਲੇ ਹੋ ਗਿਆ। ਦੇਖੋ ਕਿੰਨਾ ਸੀ ਸਾਰੇ ਪਰਿਵਾਰ 'ਚ, ਜਦੋਂ ਕਰਤਾ ਦੇ ਦਿਮਾਗ 'ਚ ਆ ਗਈ ਤਾਂ ਪਰਿਵਾਰ 'ਚ ਆ ਗਈ, ਪਰਿਵਾਰ ਦੇ ਕਿਸੇ ਮੈਂਬਰ ਦੇ ਆ ਗਈ ਤਾਂ ਸਾਰਿਆਂ ਦੀ ਆ ਗਈ। ਉਹ ਗਾਲਾਂ ਕੱਢਣਗੇ ਮਾਂ ਬਾਪ ਨੂੰ, ਬੱਚੇ ਹੋਵੇ, ਦੇਖੋ ਜੀ ਸਾਡੇ ਕੋਲ ਤਾਂ ਕਾਰ ਨਹੀਂ ਹੈ। ਉੱਥੇ ਆ ਕੇ ਉਹਨੂੰ ਖੁਸ਼ ਕਰਨ ਵਾਸਤੇ ਉਹਦੇ 'ਚ ਫਰਸਟ੍ਰੇਸ਼ਨ ਆਉਂਦੀ ਹੈ, ਮਾਂ 'ਚ ਆਏਗੀ, ਬਾਪ 'ਚ ਆਏਗੀ, ਸਾਰਿਆਂ 'ਚ ਫਰਸਟ੍ਰੇਸ਼ਨ ਹੈ। ਉਹਦੇ ਨਾਲ ਖਰਚਾ, ਜੇ ਮਹੀਨੇ ਦੀ ਤਨਖਾਹ ਮਿਲੀ 1000 ਰੁਪਇਆ, ਪਹਿਲੇ ਦਿਨ ਹੀ ਆਪਣੇ ਬੱਚਿਆਂ ਦੀ ਇੱਛਾ ਪੂਰੀ ਕਰਨ ਵਾਸਤੇ ਖਰਚਾ ਸ਼ੁਰੂ ਕਰ ਦਿੰਦਾ, ਸੇਵਿੰਗ ਨੂੰ ਭੁੱਲ ਜਾਂਦਾ। ਦੇਖਾ ਦੇਖੀ ਦੇ ਵਿੱਚ ਹੀ ਅਸੀਂ ਫਸ ਜਾਂਦੇ, ਉਸੇ ਦੇ ਵਿੱਚ ਹੀ ਅਸੀਂ ਈਰਸ਼ਾ, ਦਵੇਸ਼, ਉਹਦੇ 'ਚ ਮਾਇਆ ਜਾਲ 'ਚ ਫਸ ਜਾਂਦੇ। ਜੇ ਅਸੀਂ ਉੱਥੇ ਹੀ ਉਸ ਨੂੰ ਕਹੀਏ, ਜਿਵੇਂ ਕਈਆਂ ਦੀਆਂ ਕਹਾਣੀਆਂ ਆਉਂਦੀਆਂ ਕਿ ਉਹਨੇ $10, ਅਮਰੀਕਾ ਦੀ ਕਹਾਣੀ ਹੈ, $10 ਪਰ ਡੇ ਉਹਨੇ ਸੇਵਿੰਗ 'ਚ ਪਾਣੇ ਸ਼ੁਰੂ ਕਰਤੇ, ਬੈਂਕ 'ਤੇ ਪਾਣੇ ਸ਼ੁਰੂ ਕਰਤੇ। ਪਹਿਲਾਂ ਗੁੱਲਕ ਰਿਹਾ ਕਰਦੇ ਸੀ, ਗੁੱਲਕ ਰੱਖਦੇ ਬੱਚੇ ਕਿ ਆਪਣੇ ਸੇਵਿੰਗ ਉਹਦੇ 'ਚ ਪਾ ਲਓ, ਉਸ ਤਰ੍ਹਾਂ ਉਹਨੇ ਪਾਣੇ ਸ਼ੁਰੂ ਕਰਤੇ। ਉਹਨੇ ਇਹ ਮੰਨਿਆ ਵੀ ਇਹ ਮੈਂ ਇਨਵੈਸਟਮੈਂਟ ਕਰਤੀ, ਇਹ ਖਰਚਾ ਨਹੀਂ ਕਰਨਾ, ਐਮਰਜੈਂਸੀ ਪੈ ਜਾਏ ਤਾਂ ਵੀ ਨਹੀਂ ਕਰਨਾ, ਭੁੱਖੇ ਰਹਿ ਜਾਵਾਂਗੇ, ਕਰਨਾ ਨਹੀਂ ਹੈ, ਕਰਨਾ ਨਹੀਂ ਹੈ, ਪੱਕਾ ਹੋ ਗਿਆ। ਉਹਨੂੰ ਕਈ ਲਾਲਚ ਵੀ ਆਏ, ਉਸ ਤੱਪ ਨੂੰ ਤੋੜਨ ਵਾਸਤੇ ਬਹੁਤ ਸਾਰੇ ਬੰਦੇ ਆਏ, ਲੇਕਿਨ ਨਹੀਂ ਟੁੱਟਿਆ ਪੈਸਾ। ਉਹਦਾ ਜਿਓਮੈਟਰੀਕਲ ਰੇਸ਼ੋ ਸਮਝਦੇ ਹੋ, ਐਡੀਸ਼ਨ ਰੇਸ਼ੋ ਹੁੰਦੀ ਹੈ, ਇੱਕ ਜਿਓਮੈਟਰੀਕਲ ਰੇਸ਼ੋ। ਜਿਓਮੈਟਰੀਕਲ ਰੇਸ਼ੋ ਦੇ ਵਿੱਚ 1:1, 1 ਦੂਣੀ 2, 2 ਦੂਣੀ 4, 2 4,
4 ਚੌਕੇ 16, 16 ਦੇ 16 256 ਜਿਓਮੈਟ੍ਰਿਕਲ ਰੇਸ਼ੋ ਐਂ ਬਣਦੀ ਹੈ, ਐਂ ਉੱਪਰੋਂ ਜਾਂਦੀ ਹੈ। ਐਡੀਸ਼ਨਲ ਰੇਸ਼ੋ ਸਟੇਟ ਲਾਈਨ ਚੱਲਦੀ ਹੈ, 1+1 2 2 2 4 1 2 ਇਸ ਤਰ੍ਹਾਂ ਚੱਲਦੀ ਹੈ। ਉਹਦੇ 'ਚ ਇੱਕ ਹੀ ਰਹਿ ਜਾਂਦਾ ਹੈ, ਇੱਕ ਤਾਂ 10 ਵਾਰ ਜਾ ਕੇ ਤਾਂ ਵੀ 10 ਹੀ ਹੋਏਗਾ, 10 ਤੱਕ ਪਹੁੰਚ ਗਏ ਬਸ। ਫਿਰ ਤੁਸੀਂ ਪਹੁੰਚਣਾ ਹੈਗਾ 256 'ਤੇ। ਸਾਨੂੰ ਕੁਦਰਤ ਕੀ ਸਿਖਾਉਂਦੀ ਹੈ, ਮੈਂ ਪਿਛਲੇ ਇੰਟਰਵਿਊ 'ਚ ਕਿਹਾ ਸੀਗਾ, ਇੱਕ ਦਾਣਾ ਸਾਨੂੰ ਕੁਦਰਤ ਦਿੰਦੀ ਹੈ 200 250 300 ਦਾਲਾਂ ਦਿੰਦੀ ਹੈ। ਅਸੀਂ ਕਿਉਂ ਨਹੀਂ ਦਿੰਦੇ? ਅਸੀਂ ਭਜਨ ਹਾਂ, ਸਾਨੂੰ ਵੀ ਇੰਨਾ ਪੈਦਾ ਕਰਨਾ ਚਾਹੀਦਾ। ਅਸੀਂ ਸਮਝਦਾਰ ਬੁੱਧੀ ਹੈ, ਸਾਡੀ ਬੁੱਧੀ ਨਾਲ ਕੰਮ ਕਰਨਾ ਜ਼ਰੂਰੀ ਹੈ, ਦਿਲ ਨਾਲ ਕੰਮ। ਬੁੱਧੀ ਨੂੰ ਹੈਲਪ ਕਰੋ ਦਿਲ ਤੋਂ, ਮਨ ਤੋਂ, ਇਹ ਕਰਮ ਕਰੋ। ਸਾਨੂੰ ਕਿਹਾ ਗਿਆ ਕਰਤਾ ਕਰੋ, ਕਰਤਾ ਕੰਮ ਕਰੋ ਤੇ ਰੱਜ ਕੇ ਖਾਓ। ਅੱਛਾ, ਇੱਕ ਗੱਲ ਹੋਰ ਖੋਲ ਦਿਓ। ਕਰਮ ਤੁਸੀਂ ਜ਼ਿਕਰ ਕੀਤਾ ਕਰਮ ਦਾ। ਕਰਮ ਨੂੰ ਜਿਹੜਾ ਸਾਡਾ ਸਮਾਜ ਹੈ ਉਹ ਪੁੰਨ ਪਾਪ ਨਾਲ ਜੋੜਦਾ ਹੈ, ਜਦ ਕਿ ਮੇਰੇ ਹਿਸਾਬ ਨਾਲ ਕੰਮ ਦਾ ਮਤਲਬ ਕਰਮ ਦਾ ਮਤਲਬ ਤਾਂ ਕੰਮ ਹੈ, ਪਰ ਜੋੜਿਆ ਗਿਆ ਕਿ ਕਰਮ ਕਰੋ, ਇਹ ਤੁਸੀਂ ਪੁੰਨ ਕਰੋ ਜਾਂ ਉਹ ਕਰੋ, ਇਹਦੇ ਨਾਲ ਜੋੜ ਕੇ ਵੀ ਸਾਨੂੰ ਉਧਰਲੇ ਪਾਸੇ ਵੀ ਫਸਾ ਲੈ ਗਿਆ। ਮੈਂ ਪਹਿਲਾਂ ਵੀ ਹੁਣੇ ਕਹਿ ਕੇ ਹਟਿਆ ਕਿ ਸਾਡੇ ਧਾਰਮਿਕ ਬੰਦਿਆਂ ਦੇ ਵਿੱਚੋਂ ਜਿਨ੍ਹਾਂ ਨੇ ਸਾਨੂੰ ਦਿੱਤੇ, ਰਿਸ਼ੀ ਮੁਨੀ ਆਪਣੀ ਜਗ੍ਹਾ ਸਹੀ ਵਾਕਿਆ ਕਹਿ ਗਏ, ਗ੍ਰੰਥ ਲਿਖ ਗਏ, ਲੇਕਿਨ ਉਹਦਾ ਇੰਟਰਪ੍ਰੀਟੇਸ਼ਨ ਕਰਨ ਵਾਲੇ ਜਿਹੜੇ ਬੰਦੇ ਸਾਹਮਣੇ ਆਏ, ਜਿਹੜਾ ਉਹਨਾਂ ਦਾ ਮਾਧਿਅਮ ਬਣਿਆ ਕਿ ਉਹਨਾਂ ਨੂੰ ਗ੍ਰੰਥਾਂ ਨੂੰ ਪੜ੍ਹ ਕੇ ਸੁਣਾਉਣਾ, ਸਮਝਾਉਣਾ, ਉਹਨਾਂ ਨੇ ਆਪਣੇ ਦੁਕਾਨਦਾਰੀ ਸ਼ੁਰੂ ਕਰਤੀ। ਉਹਨਾਂ ਨੇ ਇਹ ਸਮਝਾਉਣਾ ਸ਼ੁਰੂ ਕਰਤਾ ਕਿ ਇਹ ਤਾਂ ਤੁਹਾਡੇ ਪਿਛਲੇ ਜਨਮਾਂ ਦਾ ਕਰਮ ਹੈ, ਪਿਛਲੇ ਜਨਮਾਂ ਦਾ ਫਲ ਹੈ। ਉਹ ਸਮਝਾਉਣਾ ਸ਼ੁਰੂ ਕਰਤਾ ਕਿ ਕਿਸੇ ਤੇ ਕੋਈ ਪਿਛਲਾ ਜਨਮ ਨਹੀਂ, ਕੋਈ ਅਗਲਾ ਜਨਮ ਨਹੀਂ, ਮੈਂ ਨਹੀਂ ਮੰਨਦਾ। ਮੈਂ ਇਹ ਸਮਝਦਾ ਕਿ ਅਸੀਂ ਇਸ ਜਨਮ 'ਚ ਜਿਹੜੇ ਆਏ ਹਾਂ, ਇਸ 'ਚ 5 ਤੱਤਵ ਲੈ ਕੇ ਆਏ ਹਾਂ। ਚੇਤਨਾ ਸਾਡੇ 'ਚ ਆ ਗਈ, ਅਸੀਂ ਇਨਸਾਨ ਬਣ ਗਏ। ਜਦੋਂ ਚੇਤਨਾ ਨਿਕਲ ਗਈ, 5 ਤੱਤਵ 'ਚ ਮਿਲੀਨ ਹੋ ਗਏ, ਖਤਮ ਹੋਈ ਗੱਲ। ਕਿਹੜਾ ਸਵਰਗ, ਕਿਹੜਾ ਨਰਕ? ਇੱਥੇ ਹੀ ਜੰਮਣਾ, ਇੱਥੇ ਹੀ ਮਰਨਾ, ਗੱਲ ਖਤਮ। ਗੱਲ ਖਤਮ। ਕੁੱਲ ਮਿਲਾ ਕੇ ਦੋਸਤੋ, ਵਿਉਂਤਬੰਦੀ ਕਰਨੀ ਪਏਗੀ। 24 ਘੰਟੇ ਹੀ ਸਮਾਂ, ਹਰ ਇੱਕ ਸੱਜਣ ਨੂੰ 24 ਘੰਟੇ ਹੀ ਮਿਲਨੇ ਨੇ, ਉਹਦੇ ਵਿੱਚ ਕੀਤੀ ਵਿਉਂਤਬੰਦੀ ਹੀ ਤੁਹਾਨੂੰ ਅਮੀਰੀ ਤੱਕ ਲੈ ਜਾ ਸਕਦੀ ਹੈ। ਉਹਦੇ ਵਿੱਚ ਕੀਤੀ ਵਿਉਂਤਬੰਦੀ ਹੀ ਤੁਹਾਨੂੰ ਜਿਹੜੀ ਜੀਵਨ ਤੁਸੀਂ ਜੀ ਰਹੇ ਹੋ ਉੱਥੇ ਜੇ ਰੱਖ ਸਕਦੀ ਹੈ। ਜੇ ਕੁਝ ਵੱਖਰਾ, ਕੁਝ ਨਵਾਂ ਕਰਨਾ ਹੈ ਤਾਂ ਤੁਹਾਨੂੰ ਮਾਈਕਰੋ ਇਕੋਨਮੀ ਦਾ ਫਾਰਮੂਲਾ ਵੀ ਜੀਵਨ ਤੇ ਲਾਗੂ ਕਰਨਾ ਪਏਗਾ, ਤਾਂ ਹੀ ਤੁਸੀਂ ਜੀਵਨ ਦੇ ਵਿੱਚ ਕੁਝ ਹਾਸਲ ਕਰਦੇ ਹੋ। ਕਿਸੇ ਫੇਰ ਸਮੇਂ ਮਘਾਨ ਸਾਹਿਬ ਨੂੰ ਲੈ ਕੇ ਹਾਜ਼ਰ ਹੋਵਾਂਗੇ। ਪਿਆਰ ਭਰੀ ਸਤਿ ਸ਼੍ਰੀ ਅਕਾਲ।